ਸਿੱਖ ਕੌਮ ਦਾ ਇਤਿਹਾਸ ਜਿੱਥੇ ਸ਼ਹਾਦਤਾਂ, ਸਾਕਿਆਂ, ਕਤਲੇਆਮਾਂ ਔਰ ਘੱਲੂਘਾਰਿਆਂ ਦੇ ਨਾਲ ਭਰਿਆ ਪਿਆ ਹੈ, ਉੱਥੇ ਨਾਲ ਹੀ ਸਿੱਖਾਂ ਦੇ ਨਾਲ ਹੋਏ ਵਿਸਾਖਘਾਤਾਂ ਦੀ ਦਾਸਤਾਨ ਵੀ ਬਹੁਤ ਲੰਬੀ ਹੈ। ਜੇਕਰ ਅਸੀਂ 1947 ਤੋਂ ਬਾਅਦ ਦੀ ਗੱਲ ਕਰੀਏ ਤਾਂ ਜਿਸ ਦੇਸ਼ ਦੀ ਆਜ਼ਾਦੀ ਦੇ ਵਾਸਤੇ ਸਿੱਖਾਂ ਨੇ ਪਾਣੀ ਵਾਂਗ ਆਪਣਾ ਖੂਨ ਡੋਲਿਆ, ਉਸ ਦੇਸ਼ ਦੇ ਵਿੱਚ ਵੀ ਸਿੱਖ ਬਰਾਬਰ ਦੇ ਸ਼ਹਿਰੀ ਬਣ ਕੇ ਆਜ਼ਾਦੀ ਦਾ ਆਨੰਦ ਨਾ ਮਾਣ ਸਕੇ। ਦੇਸ਼ ਦੀ ਸੂਬਿਆਂ ਦੀ ਵੰਡ ਹੋਈ ਬੋਲੀ ਦੇ ਉੱਪਰ, ਪਰੰਤੂ ਪੰਜਾਬੀ ਮਾਂ ਬੋਲੀ ਦਾ ਸੂਬਾ ਲੈਣ ਦੇ ਵਾਸਤੇ ਕੇਵਲ ਤੇ ਕੇਵਲ ਸਿੱਖਾਂ ਨੂੰ ਸੰਘਰਸ਼ ਕਰਨਾ ਪਿਆ, ਤੇ ਉਹ ਵੀ ਐਸਾ ਸੂਬਾ ਦਿੱਤਾ ਗਿਆ ਜਿਸ ਦੇ ਵਿੱਚੋਂ ਪੰਜਾਬੀ ਬੋਲਦੇ ਇਲਾਕੇ ਬਾਹਰ ਰੱਖ ਲਏ ਗਏ। ਇੱਥੋਂ ਤੱਕ ਕਿ ਪੰਜਾਬ ਨੂੰ ਇੱਕ ਵੱਖਰੀ ਰਾਜਧਾਨੀ ਵੀ ਨਾ ਮਿਲ ਸਕੀ। ਉਸ ਤੋਂ ਬਾਅਦ ਜਿੰਨੇ ਵੀ ਸਿੱਖ ਵਿਰੋਧੀ ਦੇਹਧਾਰੀ ਗੁਰੂਡਮ ਦੇ ਡੇਰਿਆਂ ਦਾ ਫੈਲਾਅ ਹੋਇਆ, ਸਰਕਾਰ ਦੇ ਵੱਲੋਂ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਨੂੰ ਸ਼ਹਿ ਦਿੱਤੀ ਗਈ। 1978 ਦੇ ਵਿੱਚ ਨਿਰੰਕਾਰੀ ਕਾਂਡ ਵਾਪਰਿਆ। ਭਾਈ ਸਾਹਿਬ ਭਾਈ ਫੌਜਾ ਸਿੰਘ ਦੀ ਅਗਵਾਈ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਰੋਕਣ ਵਾਸਤੇ ਗਏ 13 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਪਰ ਇਹਨਾਂ ਸ਼ਹਾਦਤਾਂ ਦਾ ਇਨਸਾਫ ਵੀ ਨਾ ਮਿਲਿਆ। ਅਨੰਦਪੁਰ ਸਾਹਿਬ ਦਾ ਮਤਾ ਕੇਵਲ ਸਿੱਖਾਂ ਦੀ ਹੀ ਨਹੀਂ ਬਲਕਿ ਸਾਰੀਆਂ ਪੰਜਾਬੀਆਂ ਦੇ ਹੱਕਾਂ ਦੀ ਨੁਮਾਇੰਦਗੀ ਕਰਦਾ ਸੀ, ਪਰ ਉਸ ਦੀ ਕਿਸੇ ਵੀ ਮੱਦ ਨੂੰ ਸਰਕਾਰ ਨੇ ਪ੍ਰਵਾਨ ਨਾ ਕੀਤਾ। ਇੱਥੋਂ ਤੱਕ ਕਿ ਜੇਕਰ 1982 ਦੇ ਵਿੱਚ ਭਾਰਤ ਦੇ ਵਿੱਚ ਏਸ਼ੀਅਨ ਖੇਡਾਂ ਹੋਈਆਂ ਤਾਂ ਸਿੱਖ ਲੀਡਰਸ਼ਿਪ ਨੇ ਸੋਚਿਆ ਕਿ ਅੰਤਰਰਾਸ਼ਟਰੀ ਮੀਡੀਆ ਦੇ ਸਾਹਮਣੇ ਆਪਣੀਆਂ ਹੱਕੀ ਮੰਗਾਂ ਦਾ ਰੋਸ ਪ੍ਰਗਟ ਕੀਤਾ ਜਾ ਸਕੇ, ਪਰ ਇਸ ਦੀ ਵੀ ਭਾਰਤੀ ਹਕੂਮਤ ਵੱਲੋਂ ਇਜਾਜ਼ਤ ਨਾ ਮਿਲੀ। ਹੌਲੀ ਹੌਲੀ ਇਹ ਘਟਨਾਕ੍ਰਮ ਐਸੇ ਵੱਧਦੇ ਗਏ ਕਿ ਬੇਕਸੂਰ ਸਿੱਖਾਂ ਨੂੰ ਜੇਲ੍ਹਾਂ ਦੇ ਵਿੱਚ, ਥਾਣਿਆਂ ਦੇ ਵਿੱਚ ਪਰੇਸ਼ਾਨ ਕੀਤਾ ਜਾਣ ਲੱਗਾ, ਜਲੀਲ ਕੀਤਾ ਜਾਣ ਲੱਗਾ। ਧਰਮ ਯੁੱਧ ਮੋਰਚਾ ਲੱਗ ਗਿਆ। ਸਿੱਖ ਕੌਮ ਨੇ ਆਪਣੇ ਆਗੂਆਂ ਦੇ ਕਹਿਣ ਦੇ ਉੱਪਰ ਸ਼ਾਂਤਮਈ ਢੰਗ ਦੇ ਨਾਲ ਇਸ ਧਰਮ ਯੁੱਧ ਮੋਰਚੇ ਵਿੱਚ ਹਿੱਸਾ ਲੈ ਕੇ ਜੇਲ੍ਹਾਂ ਭਰ ਕੇ ਸਰਕਾਰ ਦੇ ਨੱਕ ਦੇ ਵਿੱਚ ਦਮ ਕਰ ਦਿੱਤਾ। ਤੇ ਇਸ ਤੋਂ ਬਾਅਦ ਸਿੱਖਾਂ ਦੀ ਲੀਡਰਸ਼ਿਪ ਨੇ ਸੋਚਿਆ ਕਿ ਸਰਕਾਰ ਦੇ ਨਾਲ ਨਾ ਮਿਲਵਰਤਨ ਦੀ ਲਹਿਰ ਨੂੰ ਵੀ ਚਲਾਇਆ ਜਾਵੇ। ਅਜੇ ਇਸ ਦੀ ਰੂਪਰੇਖਾ ਤਿਆਰ ਹੋਣੀ ਸੀ ਕਿ ਹਰਿਮੰਦਰ ਸਾਹਿਬ ਦਾ ਆਲਾ ਦੁਆਲਾ ਨੀਮ ਫੌਜੀ ਦਸਤਿਆਂ ਦੇ ਵੱਲੋਂ ਘੇਰ ਲਿਆ ਗਿਆ। ਤਕਰੀਬਨ ਫਰਵਰੀ, ਮਾਰਚ, ਅਪ੍ਰੈਲ, ਮਈ 1984 ਦੇ ਇਹ ਜਿਹੜੇ ਮਹੀਨੇ ਨੇ, ਇਹਨਾਂ ਸਮਿਆਂ ਦੇ ਵਿੱਚ ਦਰਬਾਰ ਸਾਹਿਬ ਪਰਿਸਰ ਦੇ ਆਲੇ ਦੁਆਲੇ ਦੀਆਂ ਉੱਚੀਆਂ ਲੋਕਾਂ ਦੀਆਂ ਨਿੱਜੀ ਇਮਾਰਤਾਂ ਦੇ ਉੱਪਰ CRPF ਵੱਲੋਂ ਤੇ BSF ਦੇ ਵੱਲੋਂ ਮੋਰਚੇ ਸਥਾਪਿਤ ਕੀਤੇ ਜਾਣ ਲੱਗੇ। ਕਈ ਵਾਰ ਇੱਕਾ ਦੁੱਕਾ ਫਾਇਰਿੰਗ ਵੀ ਕੀਤੀ ਗਈ ਹਰਿਮੰਦਰ ਸਾਹਿਬ ਵੱਲ ਨੂੰ, ਤੇ ਅੰਦਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਵਿੱਚ ਵਿਚਰਨ ਵਾਲੇ ਜੁਝਾਰੂ ਸਿੰਘਾਂ ਨੂੰ ਉਕਸਾਇਆ ਵੀ ਗਿਆ, ਪਰ ਨੀਤੀਵਾਨ ਜਰਨੈਲ ਜਨਰਲ ਸ਼ਬੇਗ ਸਿੰਘ ਦੀਆਂ ਹਦਾਇਤਾਂ ਦੇ ਉੱਪਰ ਅਮਲ ਕਰਦਿਆਂ ਅੰਦਰੋਂ ਸਿੱਖਾਂ ਨੇ ਕਦੀ ਵੀ ਇਸ ਭੜਕਾਹਟ ਪੈਦਾ ਕਰਨ ਵਾਲੀ ਗੋਲੀਬਾਰੀ ਦਾ ਜਵਾਬ ਨਾ ਦਿੱਤਾ। ਹੁਣ ਅਸੀਂ 1 ਜੂਨ ਦੇ ਘਟਨਾਕ੍ਰਮ ਦੀ ਗੱਲ ਕਰੀਏ। ਸਵੇਰੇ 9 ਵਜੇ ਦੇ ਕਰੀਬ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਲੰਗਰ ਹਾਲ ਦੀ ਛੱਤ ਦੇ ਉੱਪਰ ਸੰਗਤਾਂ ਦੇ ਨਾਲ, ਸਿੰਘਾਂ ਦੇ ਨਾਲ ਤੇ ਆਏ ਹੋਏ ਹੋਰ ਨੇੜਲੇ ਸੱਜਣਾਂ ਦੇ ਨਾਲ
ਵਿਚਾਰ ਵਟਾਂਦਰਾ ਕਰ ਰਹੇ ਸਨ ਤੇ ਪਤਾ ਲੱਗਾ ਕਿ CRPF ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੁਲਾਜ਼ਮਾਂ ਦੇ ਨਾਲ ਬਿਨਾਂ ਕਿਸੇ ਗੱਲ ਤੋਂ, ਬਿਨਾਂ ਕਿਸੇ ਭੜਕਾਹਟ ਤੋਂ ਝਗੜਾ ਸ਼ੁਰੂ ਕਰ ਦਿੱਤਾ ਹੈ। ਘਟਨਾਕ੍ਰਮ ਇੰਜ ਵਾਪਰਿਆ ਕਿ ਬ੍ਰਹਮ ਬੂਟਾ ਅਖਾੜਾ ਦੇ ਕੋਲ ਜਿਹੜੀ ਜ਼ਮੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਖੇਤਰ ਵਿੱਚ ਸੀ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਕੁਝ ਰਾਜ ਮਿਸਤਰੀਆਂ ਨੂੰ ਲੈ ਕੇ ਦੀਵਾਰ ਦੀ ਉਸਾਰੀ ਕਰਵਾ ਰਹੇ ਸਨ ਤਾਂ ਉਸ ਵੇਲੇ CRPF ਦੇ ਇੱਕ ਆਫੀਸਰ ਨੇ ਆ ਕੇ ਇਸ ਨੂੰ ਰੋਕ ਦਿੱਤਾ। ਉਸ ਵੇਲੇ ਹੀ ਤਕਰੀਬਨ ਦਰਬਾਰ ਸਾਹਿਬ ਦੇ ਇਨਫੋਰਮੇਸ਼ਨ ਆਫੀਸਰ ਸਰਦਾਰ ਨਰਿੰਦਰਪਾਲ ਸਿੰਘ ਨੰਦਾ ਇੱਕ ਵਿਦੇਸ਼ੀ ਮਹਿਲਾ ਪੱਤਰਕਾਰ ਜੋ ਕਿ ਜਰਮਨ ਤੋਂ ਸੀ, ਉਸ ਨੂੰ ਲੈ ਕੇ ਉਸ ਜਗ੍ਹਾ ਦੇ ਉੱਪਰ ਆਏ ਤਾਂ ਇਸ ਆਫੀਸਰ ਨੇ ਸਰਦਾਰ ਨਰਿੰਦਰਪਾਲ ਸਿੰਘ ਨੰਦਾ ਨੂੰ ਜਿੱਥੇ ਬੁਰਾ ਭਲਾ ਕਿਹਾ, ਉੱਥੇ ਉਹਨਾਂ ਦੇ ਉੱਪਰ ਪਿਸਤੌਲ ਵੀ ਤਾਣ ਲਈ। ਪਰ ਜਦੋਂ ਜਰਮਨ ਨਿਵਾਸੀ ਮਹਿਲਾ ਪੱਤਰਕਾਰ ਨੇ ਉਸ ਦੀ ਇਸ ਸ਼ਰਮਨਾਕ ਹਰਕਤ ਦੇ ਉੱਪਰ ਉਸ ਨੂੰ ਡਾਂਟਿਆ, ਉਸ ਨੂੰ ਬੇਇੱਜ਼ਤ ਕੀਤਾ ਤਾਂ ਉਸ ਨੇ ਆਪਣਾ ਪਿਸਤੌਲ ਦੁਬਾਰਾ ਆਪਣੇ ਕਵਰ ਦੇ ਵਿੱਚ ਪਾ ਲਿਆ। ਇਸ ਘਟਨਾਕ੍ਰਮ ਦੀ ਸਾਰੀ ਖਬਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਵੀ ਮਿਲੀ। ਸੰਤ ਜਰਨੈਲ ਸਿੰਘ ਆਪਣੇ ਸਾਥੀਆਂ ਦੇ ਨਾਲ, ਆਏ ਹੋਏ ਨੇੜਲੇ ਸਿੰਘਾਂ ਦੇ ਨਾਲ, ਨਜ਼ਦੀਕੀਆਂ ਦੇ ਨਾਲ ਵਿਚਾਰ ਕਰਦੇ ਰਹੇ। ਜਦੋਂ ਦੁਪਹਿਰ ਨੂੰ ਹੇਠਾਂ ਲੰਗਰ ਖਾਣ ਵਾਸਤੇ ਆਏ, ਜਦੋਂ ਦੁਪਹਿਰ ਨੂੰ ਹੇਠਾਂ ਲੰਗਰ ਛਕਣ ਵਾਸਤੇ ਉੱਪਰਲੀ ਇਮਾਰਤ ਤੋਂ ਹੇਠਾਂ ਆਏ ਤਾਂ ਤਕਰੀਬਨ 12:15 ਵਜੇ ਇੱਕਦਮ ਸਾਰੇ ਪਾਸਿਆਂ ਤੋਂ CRPF ਤੇ BSF ਨੇ ਬਿਨਾਂ ਕਿਸੇ ਭੜਕਾਹਟ ਤੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਾਰੇ ਪਾਸੇ ਜਿੰਨੇ ਵੀ ਉਹਨਾਂ ਨੇ ਨਿੱਜੀ ਇਮਾਰਤਾਂ ਦੇ ਉੱਪਰ ਮੋਰਚੇ ਬਣਾਏ ਹੋਏ ਸਨ, ਸਾਰੇ ਪਾਸਿਆਂ ਤੋਂ ਗੋਲੀਆਂ ਚੱਲ ਰਹੀਆਂ ਸਨ। ਸੰਤ ਜਰਨੈਲ ਸਿੰਘ ਲੰਗਰ ਛਕਣ ਉਪਰੰਤ ਫਿਰ ਲੰਗਰ ਹਾਲ ਦੀ ਦੂਸਰੀ ਮੰਜ਼ਿਲ ਦੇ ਉੱਪਰ ਆ ਗਏ। ਆਲੇ ਦੁਆਲੇ ਦਾ ਜਾਇਜ਼ਾ ਲਿਆ, ਕੁਝ ਸਿੰਘਾਂ ਦੇ ਨਾਲ ਵਿਚਾਰ ਚਰਚਾ ਕੀਤੀ ਤੇ ਉਸ ਤੋਂ ਬਾਅਦ ਫੈਡਰੇਸ਼ਨ ਆਗੂਆਂ ਦੇ ਕਹਿਣ ਉੱਪਰ, ਜਿਨ੍ਹਾਂ ਦੇ ਵਿੱਚ ਭਾਈ ਅਮਰੀਕ ਸਿੰਘ, ਸਰਦਾਰ ਹਰਮਿੰਦਰ ਸਿੰਘ ਸੰਧੂ, ਭਾਈ ਰਿਸ਼ਪਾਲ ਸਿੰਘ PA ਤੇ ਹੋਰ ਕਈ ਆਗੂ ਸਨ, ਉਹਨਾਂ ਦੇ ਕਹਿਣ ਦੇ ਉੱਪਰ ਹੇਠਲੀ ਮੰਜ਼ਿਲ ਦੇ ਵਿੱਚ ਆ ਗਏ ਔਰ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵੱਲੋਂ ਗੁਰਮਤ ਕੈਂਪ ਲਗਾਉਣ ਦੇ ਵਾਸਤੇ ਜਿਹੜੇ RG ਕੈਬਨ ਬਣਾਏ ਸਨ, ਉਹਨਾਂ ਵਿੱਚ ਕੁਝ ਸਮਾਂ ਬੈਠੇ। ਇਸ ਦਾ ਜ਼ਿਕਰ ਬਲਬੀਰ ਸਿੰਘ ਸੰਧੂ ਹੁਣਾਂ ਨੇ ਆਪਣੀ ਕਿਤਾਬ ਦੇ ਵਿੱਚ ਕੀਤਾ ਹੈ। ਕੁਝ ਚਿਰ ਜਦੋਂ ਉੱਥੇ ਵਿਚਾਰ ਚਰਚਾ ਸਿੰਘਾਂ ਦੇ ਨਾਲ ਅਗਲੀ ਰਣਨੀਤੀ ਦੇ ਬਾਰੇ ਕਰ ਰਹੇ ਸਨ ਤੇ ਪਤਾ ਲੱਗਾ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਵੱਲ ਵੀ CRPF ਵੱਲੋਂ ਗੋਲੀਆਂ ਚਲਾਈਆਂ ਜਾ ਰਹੀਆਂ ਨੇ। ਜ਼ਿਕਰਯੋਗ ਹੈ ਕਿ 1 ਜੂਨ ਨੂੰ CRPF ਤੇ BSF ਦੇ ਵੱਲੋਂ ਬਿਨਾਂ ਕਿਸੇ ਭੜਕਾਹਟ ਤੋਂ ਚਲਾਈਆਂ ਗਈਆਂ ਗੋਲੀਆਂ ਦੇ ਨਾਲ ਤਕਰੀਬਨ 30 ਤੋਂ ਉੱਪਰ ਨਿਸ਼ਾਨ ਜਿਹੜੇ ਸੀ ਗੋਲੀਆਂ ਦੇ, ਉਹ ਹਰਿਮੰਦਰ ਸਾਹਿਬ ਦੀ ਸੁਨਹਿਰੀ ਇਮਾਰਤ ਦੇ ਉੱਪਰ ਲੱਗੇ। ਇਸ ਤੋਂ ਇਲਾਵਾ ਪ੍ਰਕਰਮਾਂ ਦੇ ਬਰਾਂਡਿਆਂ ਦੇ ਵਿੱਚ ਵੀ ਅਨੇਕਾਂ ਜਗ੍ਹਾ ਦੇ ਉੱਪਰ ਗੋਲੀਆਂ ਲੱਗੀਆਂ। ਕੁਝ ਸ਼ਰਧਾਲੂ ਵੀ ਜ਼ਖਮੀ ਹੋਏ ਔਰ ਜਗ੍ਹਾ ਜਗ੍ਹਾ ਦੇ ਉੱਪਰ ਖੂਨ ਦੇ ਛਿੱਟੇ ਪ੍ਰਕਰਮਾਂ ਦੇ ਵਿੱਚ ਸਨ। ਜਦੋਂ ਸੰਤਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਵੱਲ ਗੋਲੀ ਚੱਲਣ ਦਾ ਪਤਾ ਲੱਗਾ ਤਾਂ ਉਸੇ ਵੇਲੇ ਉਹਨਾਂ ਨੇ ਫੈਡਰੇਸ਼ਨ ਆਗੂਆਂ ਨੂੰ ਕਿਹਾ ਕਿ ਹੁਣ ਸਾਨੂੰ ਅਕਾਲ ਤਖਤ ਸਾਹਿਬ ਵੱਲ ਜਾਣਾ ਚਾਹੀਦਾ ਹੈ। ਸੰਤ ਉੱਥੋਂ ਨਿਕਲ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਆਏ। ਜਦੋਂ ਸੰਤ ਜਰਨੈਲ ਸਿੰਘ ਲੰਗਰ ਹਾਲ ਦੀ ਇਮਾਰਤ ਤੋਂ ਨਿਕਲ ਕੇ ਅਕਾਲ ਤਖਤ ਸਾਹਿਬ ਵੱਲ ਆਏ, ਉਦੋਂ ਤੱਕ ਵੀ ਲਗਾਤਾਰ ਗੋਲੀਆਂ ਚੱਲ ਰਹੀਆਂ ਸਨ ਔਰ ਸਰਦਾਰ ਬਲਬੀਰ ਸਿੰਘ ਸੰਧੂ ਲਿਖਦੇ ਨੇ ਕਿ ਸੰਤ ਜਰਨੈਲ ਸਿੰਘ ਉਸੇ ਹੀ ਬੇਖੌਫ ਹਾਲਾਤ ਦੇ ਵਿੱਚ ਬੜੇ ਸਹਿਜ ਦੇ ਨਾਲ ਚੱਲਦੇ ਹੋਏ ਅਕਾਲ ਤਖਤ ਸਾਹਿਬ ਪਹੁੰਚੇ। ਅਕਾਲ ਤਖਤ ਸਾਹਿਬ ਦੀ ਨਾਲ ਵਾਲੀ ਇਮਾਰਤ ਜਿੱਥੇ ਸੰਤਾਂ ਦਾ ਨਿਵਾਸ ਸੀ, ਉੱਥੇ ਆ ਕੇ ਕਮਰੇ ਦੇ ਵਿੱਚ ਬੈਠੇ ਤੇ ਕੁਝ ਹੋਰ ਸਿੰਘ ਵੀ ਉਹਨਾਂ ਦੇ ਕੋਲ ਆ ਗਏ। ਦੂਸਰੇ ਪਾਸੇ ਨਾਨਕ ਨਿਵਾਸ, ਗੁਰੂ ਰਾਮਦਾਸ ਸਰਾਂ ਤੇ ਗੁਰਦੁਆਰਾ ਬਾਬਾ ਅਟਲ, ਜਿਹੜੀਆਂ ਇਮਾਰਤਾਂ ਦੇ ਉੱਪਰ ਬੱਬਰ ਖਾਲਸਾ ਦੇ ਨਾਲ ਸੰਬੰਧਿਤ ਸਿੰਘਾਂ ਦੇ ਮੋਰਚੇ ਸਨ,
ਉਹਨਾਂ ਮੋਰਚਿਆਂ ਦੇ ਉੱਪਰ ਵੀ CRPF ਦੇ ਵੱਲੋਂ ਫਾਇਰਿੰਗ ਸ਼ੁਰੂ ਹੋ ਗਈ ਔਰ ਬਾਬਾ ਅਟਲ ਦੇ ਉੱਪਰ ਜਿਹੜਾ ਇੱਕ ਬਹੁਤ ਹੀ ਕਾਰਗਰ ਮੋਰਚਾ ਸੀ, ਉਸ ਮੋਰਚੇ ਦੇ ਉੱਪਰ CRPF ਤੇ BSF ਦੀ ਗੋਲੀ ਦੇ ਨਾਲ ਭਾਈ ਕੁਲਵੰਤ ਸਿੰਘ ਜਗਾਦਰੀ, ਜਿਨ੍ਹਾਂ ਨੂੰ ਭਾਈ ਮਹਿੰਗਾ ਸਿੰਘ ਬੱਬਰ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ, ਉਹ ਗੰਭੀਰ ਜ਼ਖਮੀ ਹੋ ਗਏ। ਉਹਨਾਂ ਨੂੰ ਬੱਬਰ ਖਾਲਸਾ ਦੇ ਸਿੰਘਾਂ ਦੇ ਵੱਲੋਂ ਹੇਠੇ ਲਿਆਂਦਾ ਗਿਆ ਤੇ ਉਹਨਾਂ ਦੀ ਸ਼ਹਾਦਤ ਹੋ ਗਈ। ਬਲਬੀਰ ਸਿੰਘ ਸੰਧੂ ਲਿਖਦੇ ਨੇ ਕਿ ਜਿਸ ਵੇਲੇ ਭਾਈ ਮਹਿੰਗਾ ਸਿੰਘ ਬੱਬਰ ਦੀ ਸ਼ਹਾਦਤ ਹੋਈ, ਇੱਕ ਹੋਰ ਵੀ ਬਜ਼ੁਰਗ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਦੇ ਨੇੜੇ ਸਹਿਕ ਰਹੇ ਸਨ, ਉਹਨਾਂ ਦੀ ਵੀ ਸ਼ਹਾਦਤ ਹੋ ਗਈ। ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਇਹਨਾਂ ਸ਼ਹਾਦਤਾਂ ਦਾ ਪਤਾ ਲੱਗਾ। ਸੰਤ ਜਰਨੈਲ ਸਿੰਘ ਖਾਲਸਾ ਆਪਣੇ ਕਮਰੇ ਦੇ ਵਿੱਚ ਜਨਰਲ ਸ਼ਬੇਕ ਸਿੰਘ, ਭਾਈ ਰਿਸ਼ਪਾਲ ਸਿੰਘ, ਹਰਮਿੰਦਰ ਸਿੰਘ ਸੰਧੂ, ਭਾਈ ਅਮਰੀਕ ਸਿੰਘ, ਭਾਈ ਰਾਮ ਸਿੰਘ ਗੜਵਈ, ਭਾਈ ਸੁਜਾਨ ਸਿੰਘ ਮਨਾਵਾ ਤੇ ਭਾਈ ਨਿਰੰਤਰ ਸਿੰਘ, ਇਹਨਾਂ ਸਾਰਿਆਂ ਦੇ ਨਾਲ ਰਣਨੀਤੀ ਦੇ ਬਾਰੇ ਵਿਚਾਰਾਂ ਕਰ ਰਹੇ ਸਨ। ਤੇ ਉਸੇ ਵੇਲੇ ਸੰਤ ਜਰਨੈਲ ਸਿੰਘ ਨੇ ਸਿੰਘਾਂ ਨੂੰ ਕਿਹਾ ਕਿ ਤੁਸੀਂ ਹੁਣ ਦੱਸੀ ਹੋਈ ਨੀਤੀ ਦੇ ਅਨੁਸਾਰ ਆਪੋ ਆਪਣੇ ਮੋਰਚੇ ਸੰਭਾਲ ਲਓ। ਉਸ ਵਕਤ ਹੀ ਭਾਈ ਸਾਹਿਬ ਭਾਈ ਅਮਰੀਕ ਸਿੰਘ ਹੁਣਾਂ ਨੂੰ ਬਾਹਰੋਂ ਟੈਲੀਫੋਨ ਆਉਣੇ ਸ਼ੁਰੂ ਹੋ ਗਏ ਪੰਜਾਬ ਦੇ ਵਿੱਚੋਂ, ਕਿਉਂਕਿ ਇਹ ਖਬਰਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਪਹੁੰਚ ਗਈਆਂ ਕਿ ਹਰਿਮੰਦਰ ਸਾਹਿਬ ਦੇ ਉੱਪਰ ਸਰਕਾਰ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਹੈ। ਭਾਈ ਅਮਰੀਕ ਸਿੰਘ ਜਿੱਥੇ ਲੋਕਾਂ ਦੇ ਆ ਰਹੇ ਟੈਲੀਫੋਨਾਂ ਦਾ ਜਵਾਬ ਦੇ ਰਹੇ ਸੀ, ਉੱਥੇ ਨਾਲ ਹੀ ਜੂਝਣ ਵਾਲੇ ਸਿੰਘਾਂ ਨੂੰ ਖਾਸ ਹਦਾਇਤਾਂ ਜਾਰੀ ਕਰ ਰਹੇ ਸੀ। ਭਾਈ ਸ਼ਬੇਕ ਸਿੰਘ ਉਹ ਸਿੰਘਾਂ ਨੂੰ ਇਹ ਖਾਸ ਹਦਾਇਤ ਦੇ ਰਹੇ ਸੀ ਕਿ ਜਿੰਨਾ ਚਿਰ ਤੱਕ ਫੌਜੀ ਜਾਂ ਨੀਮ ਫੌਜੀ ਦਲ ਅੰਦਰ ਨਾ ਆਉਣ, ਉਹਨਾਂ ਚਿਰ ਤੱਕ ਅੰਦਰ ਵਾਲੇ ਪਾਸਿਓਂ ਇੱਕ ਵੀ ਗੋਲੀ ਨਾ ਚਲਾਈ ਜਾਏ, ਕਿਉਂਕਿ ਜਿਹੜੀ ਬਿਨਾਂ ਭੜਕਾਹਟ ਤੋਂ ਇਹ ਗੋਲੀਬਾਰੀ ਕੀਤੀ ਜਾ ਰਹੀ ਹੈ, ਇਸ ਦਾ ਨਿਸ਼ਾਨਾ ਇੱਕ ਤਾਂ ਸਾਡੇ ਮੋਰਚਿਆਂ ਦੀ ਸ਼ਨਾਖਤ ਕਰਨਾ ਹੈ ਤੇ ਦੂਸਰਾ ਸਾਡੇ ਸ਼ਸਤਰਾਂ ਦੀ ਸ਼ਨਾਖਤ ਕਰਨਾ ਹੈ ਕਿ ਕਿਸ ਪਾਸੇ ਤੋਂ ਗੋਲੀ ਆ ਰਹੀ ਹੈ ਤੇ ਕਿਸ ਹਥਿਆਰ ਦੀ ਗੋਲੀ ਆ ਰਹੀ ਹੈ। ਸੋ ਅੰਦਰੋਂ ਸਿੰਘਾਂ ਨੇ ਇਸ ਬਿਨਾਂ ਭੜਕਾਹਟ ਤੋਂ ਕੀਤੀ ਜਾ ਰਹੀ ਗੋਲਾਬਾਰੀ ਦਾ ਕੋਈ ਜਵਾਬ ਨਾ ਦਿੱਤਾ। ਦੂਜੇ ਪਾਸੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਉਸ ਵੇਲੇ ਦੇ ਧਰਮਯੁੱਧ ਮੋਰਚੇ ਦੇ ਡਿਕਟੇਟਰ ਹਰਚੰਦ ਸਿੰਘ ਲੌਂਗੋਵਾਲ ਨੇ ਭਾਰਤ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਨਾਲ ਟੈਲੀਫੋਨ ਉੱਪਰ ਸੰਪਰਕ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਨੀਮ ਫੌਜੀ ਦਲਾਂ ਦੇ ਵੱਲੋਂ ਬਿਨਾਂ ਕਿਸੇ ਭੜਕਾਹਟ ਦੇ ਗੋਲੀ ਚਲਾਈ ਜਾ ਰਹੀ ਹੈ, ਪਰ ਉਸ ਦੇ ਨਾਲ ਕੋਈ ਸੰਪਰਕ ਨਾ ਹੋ ਸਕਿਆ। ਸ਼ਾਮਾਂ ਪੈਂਦੀਆਂ ਜਾ ਰਹੀਆਂ ਸੀ ਔਰ ਗੋਲੀ ਚੱਲਦੀ ਨੂੰ ਲਗਾਤਾਰ 5-6 ਘੰਟੇ ਹੋ ਚੁੱਕੇ ਸੀ। ਉਸੇ ਵੇਲੇ ਸੰਤ ਜਰਨੈਲ ਸਿੰਘ ਜਦੋਂ ਅਕਾਲ ਤਖਤ ਸਾਹਿਬ ਦੇ ਨੇੜਲੇ ਕਮਰੇ ਦੇ ਵਿੱਚ ਸਨ ਤਾਂ ਹਰਚੰਦ ਸਿੰਘ ਲੌਂਗੋਵਾਲ ਦੇ ਸਹਾਇਕ ਅਬਨਾਸ਼ੀ ਸਿੰਘ ਦਾ ਸੰਤ ਜਰਨੈਲ ਸਿੰਘ ਹੁਣਾਂ ਨੂੰ ਫੋਨ ਆਇਆ ਕਿ ਡਿਕਟੇਟਰ ਸਾਹਿਬ ਕਹਿ ਰਹੇ ਨੇ ਕਿ ਹੁਣ ਕੀ ਕੀਤਾ ਜਾਵੇ। ਤੇ ਸੰਤ ਜਰਨੈਲ ਸਿੰਘ ਨੇ ਕਿਹਾ ਕਿ ਇਹੀ ਡਿਕਟੇਟਰ ਸਾਹਿਬ ਨੇ ਜਿਨ੍ਹਾਂ ਨੇ ਕਦੀ ਮੰਜੀ ਹਾਲ ਦੀਵਾਨ ਦੇ ਵਿੱਚ ਕਿਹਾ ਸੀ ਕਿ ਜੇਕਰ ਹਰਿਮੰਦਰ ਸਾਹਿਬ ਦੇ ਉੱਪਰ ਹਮਲਾ ਹੋਇਆ ਤਾਂ ਫੌਜ ਸਾਡੀਆਂ ਲਾਸ਼ਾਂ ਦੇ ਉੱਪਰੋਂ ਲੰਘ ਕੇ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਵੇਗੀ। ਹੁਣ ਹਮਲਾ ਤਾਂ ਹੋ ਚੁੱਕਾ ਹੈ ਤੇ ਹੁਣ ਇਹਨਾਂ ਨੂੰ ਆਜ਼ਾਦ ਖਾਲਸਾ ਰਾਜ ਦਾ ਐਲਾਨ ਕਰ ਦੇਣਾ ਚਾਹੀਦਾ ਹੈ। ਕਾਫੀ ਲੰਬੀ ਵਾਰਤਾਲਾਪ ਹੋਈ ਔਰ ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਹੁਣਾਂ ਨੇ ਫੋਨ ਰੱਖ ਦਿੱਤਾ। ਉਸ ਤੋਂ ਬਾਅਦ ਇਹ ਖਬਰ ਮਿਲੀ ਕਿ ਇੱਕ ਮੋਰਚੇ ਦੇ ਵਿੱਚ ਭਾਈ ਰਾਮ ਸਿੰਘ ਮਹਿਤੇ ਵਾਲੇ ਵੀ CRPF ਦੀ ਗੋਲੀ ਲੱਗਣ ਦੇ ਨਾਲ ਸ਼ਹਾਦਤ ਪ੍ਰਾਪਤ ਕਰ ਚੁੱਕੇ ਨੇ। ਸੰਤ ਜਰਨੈਲ ਸਿੰਘ ਹੁਣਾਂ ਨੇ ਉਸ ਵੇਲੇ ਭਾਈ ਰਿਸ਼ਪਾਲ ਸਿੰਘ PA ਤੇ ਫੈਡਰੇਸ਼ਨ ਦੇ ਹੋਰ ਸਿੰਘਾਂ ਨੂੰ ਕਿਹਾ ਕਿ ਜਿਹੜੇ ਸਿੰਘ ਆਮ ਮੋਰਚਿਆਂ ਜਾਂ ਪ੍ਰਕਰਮਾਂ ਦੇ ਵਿੱਚ ਘੁੰਮ ਰਹੇ ਨੇ, ਉਹਨਾਂ ਨੂੰ ਕਹੋ ਕਿ ਬਿਨਾਂ ਕਿਸੇ ਕਾਰਨ ਦੇ ਬਾਹਰ ਨਾ ਨਿਕਲਣ। ਜਿਨ੍ਹਾਂ ਨੂੰ ਸ਼ਸਤਰ ਚਾਹੀਦੇ ਨੇ ਉਹ ਭਾਈ ਸੁਜਾਨ ਸਿੰਘ ਹੁਣਾਂ ਤੋਂ ਤੇ ਭਾਈ ਰਾਮ ਸਿੰਘ ਹੁਣਾਂ ਤੋਂ ਲੈ ਲੈਣ, ਤੇ ਜਿਹੜੇ ਸਿੰਘਾਂ ਦੇ ਕੋਲ 2 ਸ਼ਸਤਰ ਨੇ ਉਹ ਇੱਕ ਸ਼ਸਤਰ ਆਪਣੇ ਸਾਥੀਆਂ ਨੂੰ ਦੇ ਕੇ ਆਪੋ ਆਪਣੇ ਮੋਰਚਿਆਂ ਦੇ ਉੱਪਰ ਡਟ ਜਾਣ। ਪਾਣੀ ਵਾਲੀ ਟੈਂਕੀ ਦੇ ਉੱਪਰ ਸਿੱਖ ਸਟੂਡੈਂਟ ਫੈਡਰੇਸ਼ਨ, ਲੰਗਰ ਹਾਲ ਦੀ ਛੱਤ ਦੇ ਉੱਪਰ ਭਾਈ ਠਾਰਾ ਸਿੰਘ ਜੀ, ਜਿਨ੍ਹਾਂ ਨੂੰ ਅਸੀਂ ਬਾਬਾ ਠਾਰਾ ਸਿੰਘ ਦੇ ਨਾਮ ਦੇ ਨਾਲ ਜਾਣਦੇ ਹਾਂ, ਅਕਾਲ ਰੈਸਟ ਹਾਊਸ ਦੇ ਉੱਪਰ ਸਿੱਖ ਸਟੂਡੈਂਟ ਫੈਡਰੇਸ਼ਨ ਦੀਆਂ ਬੀਬੀਆਂ, ਬੀਬੀ ਪਰਮਜੀਤ ਕੌਰ,
ਔਰ ਬੀਬੀ ਉਪਕਾਰ ਕੌਰ। ਔਰ ਅਕਾਲ ਤਖਤ ਸਾਹਿਬ ਦੇ ਨੇੜੇ ਵਾਲੀਆਂ ਇਮਾਰਤਾਂ ਦੇ ਉੱਪਰ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਜਥਾ ਪਿੰਡਰਾਂ ਦੇ ਸੂਰਮੇ ਜਿਹੜੇ ਸੀ ਉਹ ਆਪੋ ਆਪਣੇ ਮੋਰਚਿਆਂ ਦੇ ਉੱਪਰ ਡਟ ਗਏ। ਗੋਲਾਬਾਰੀ ਤਕਰੀਬਨ 7 ਘੰਟੇ ਲਗਾਤਾਰ ਹੁੰਦੀ ਰਹੀ, ਪਰ ਕੇਵਲ ਲੰਗਰ ਵਾਲੀ ਇਮਾਰਤ ਤੋਂ ਬਿਨਾਂ ਕਿਸੇ ਹੋਰ ਮੋਰਚੇ ਤੋਂ ਇਸ ਗੋਲਾਬਾਰੀ ਦਾ ਜਵਾਬ ਨਾ ਦਿੱਤਾ ਗਿਆ। ਤੇ ਸਰਦਾਰ ਬਲਬੀਰ ਸਿੰਘ ਸੰਧੂ ਦੱਸਦੇ ਨੇ ਕਿ ਜਿਸ ਵੇਲੇ ਬਾਬਾ ਠਾਰਾ ਸਿੰਘ ਦੀ ਅਗਵਾਈ ਦੇ ਵਿੱਚ ਲੰਗਰ ਵਾਲੀ ਇਮਾਰਤ ਤੋਂ ਇਸ ਗੋਲਾਬਾਰੀ ਦਾ ਜਵਾਬ ਦਿੱਤਾ ਤਾਂ ਉਹਨਾਂ ਦੇ ਦੱਸਣ ਮੁਤਾਬਕ CRPF ਵਾਲੇ ਜਿਹੜੀਆਂ ਇਮਾਰਤਾਂ ਦੇ ਉੱਪਰ ਅੱਗੇ ਵੱਧ ਰਹੇ ਸੀ, ਐਸੀ ਭਾਜੜ ਪਈ ਕਿ ਉਹਨਾਂ ਦੇ ਵਿੱਚੋਂ ਕਈ ਜ਼ਖਮੀ ਹੋ ਗਏ, ਕਈ ਮਾਰੇ ਗਏ ਤੇ ਕਈ ਆਪਣੇ ਮੋਰਚਿਆਂ ਨੂੰ ਛੱਡ ਕੇ ਦੁਬਾਰਾ ਵਾਪਸ ਚਲੇ ਗਏ। ਸੋ 1 ਜੂਨ ਦੀ ਰਾਤ ਤੱਕ ਤਕਰੀਬਨ CRPF ਦੇ ਵੱਲੋਂ ਇਹ ਗੋਲਾਬਾਰੀ ਹੁੰਦੀ ਰਹੀ ਤੇ ਉਸ ਤੋਂ ਬਾਅਦ ਸਿੰਘਾਂ ਨੇ ਆਪਣੀ ਅਗਲੀ ਰਣਨੀਤੀ ਦੇ ਮੁਤਾਬਕ ਆਪੋ ਆਪਣੇ ਮੋਰਚੇ ਸੰਭਾਲ ਲਏ।